ਪਿਆਰੇ ਵਿਦਿਆਰਥੀਓ, ਅੱਜ ਅਸੀਂ 9ਵੀਂ ਸ਼੍ਰੇਣੀ ਦਾ ਸਮਾਜਿਕ ਵਿਗਿਆਨ ਦਾ ਭਾਗ ਪਹਿਲੇ ਵਿੱਚੋਂ ਭੂਗੋਲ ਦਾ ਪਾਠ ਜਿਹੜਾ ਹੈਗਾ, ਪਾਠ ਪਹਿਲਾ ਇਹ ਪਾਠ ਭਾਰਤ ਆਕਾਰ ਅਤੇ ਸਥਿਤੀ, ਇੰਡੀਆ ਸਾਈਜ਼ ਐਂਡ ਲੋਕੇਸ਼ਨ ਪੜ੍ਹਾਂਗੇ। ਇਸ ਤੋਂ ਪਹਿਲਾਂ ਅਸੀਂ ਇਹ ਪਾਠ ਪੜ੍ਹਿਆ ਸੀਗਾ ਅਤੇ ਅੱਜ ਇਸ ਦੀ ਅਸੀਂ ਰਿਵੀਜ਼ਨ ਕਰਾਂਗੇ, ਦੁਹਰਾਈ ਕਰਾਂਗੇ। ਤਾਂ ਜਿਵੇਂ ਕਿ ਅਸੀਂ ਪਹਿਲਾਂ ਪੜ੍ਹਿਆ ਸੀ, ਅਸੀਂ ਜਾਣ ਪਹਿਚਾਣ ਦੇ ਵਿੱਚ ਭਾਰਤ ਜਿਹੜਾ ਹੈਗਾ ਇੱਕ ਗਣਰਾਜ ਦ ਰਿਪਬਲਿਕ ਆਫ ਇੰਡੀਆ ਵਿਸ਼ਾਲ ਭੂਗੋਲਿਕ ਵਿਸਥਾਰ ਵਾਲਾ ਬਹੁਤ ਵੱਡਾ ਦੇਸ਼ ਹੈ। ਆਕਾਰ ਪੱਖੋਂ ਇਹ ਦੁਨੀਆ ਦਾ 7ਵਾਂ ਵੱਡਾ ਦੇਸ਼ ਹੈ, ਜਦੋਂ ਕਿ ਜਨਸੰਖਿਆ ਦੇ ਲਿਹਾਜ਼ ਨਾਲ ਜੇ ਦੇਖੀਏ ਤਾਂ ਚੀਨ ਤੋਂ ਬਾਅਦ ਭਾਰਤ ਦੂਸਰਾ ਵੱਡਾ ਦੇਸ਼ ਹੈ। ਯਾਨੀ ਕਿ ਸੰਸਾਰ ਦੇ ਕੁੱਲ ਖੇਤਰਫਲ ਦੇ 2.4% ਖਿੱਤੇ ਵਿੱਚ 17.5% 2011 ਦੀ ਜਨਗਣਨਾ ਅਨੁਸਾਰ ਇੱਥੇ ਨਿਵਾਸੀ ਰਹਿੰਦੇ ਹਨ। ਉੱਤਰ ਦਿਸ਼ਾ ਵਿੱਚ ਹਿਮਾਲਿਆ ਦੇ ਉੱਚੇ ਪਹਾੜਾਂ ਦੀ ਲੜੀ ਇਸ ਨੂੰ ਏਸ਼ੀਆ ਤੋਂ ਵੱਖਰਾ ਭੂ ਭਾਗ ਬਣਾ ਦਿੰਦੀ ਹੈ। ਗੰਗਾ ਬ੍ਰਹਮਪੁੱਤਰ ਦੇ ਵਿਸ਼ਾਲ ਉਪਜਾਊ ਮੈਦਾਨ ਇਸ ਨੂੰ ਅਨਾਜ ਦੀ ਸੁਰੱਖਿਆ ਪ੍ਰਦਾਨ ਕਰਦੇ ਹਨ। ਪ੍ਰਾਇਦੀਪੀ ਪਠਾਰ ਕੁਦਰਤੀ ਖਣਿਜਾਂ ਦਾ ਭੰਡਾਰ ਹੈ। ਸੰਸਾਰ ਦੀਆਂ ਵੱਡੀਆਂ ਵੱਡੀਆਂ ਨਦੀਆਂ, ਝੀਲਾਂ ਅਤੇ 3 ਪਾਸੇ ਸਮੁੰਦਰ ਭਾਰਤ ਨੂੰ ਉਪ ਮਹਾਦੀਪ ਦਾ ਦਰਜਾ ਪ੍ਰਦਾਨ ਕਰਦੇ ਹਨ। ਜਾਣ ਪਹਿਚਾਣ ਦੇ ਵਿੱਚ ਅਸੀਂ ਪੜ੍ਹਿਆ, ਦੁਹਰਾਉਂਦੇ ਹਾਂ ਕਿ ਭਾਰਤ ਸੰਸਾਰ ਵਿੱਚ ਆਕਾਰ ਪੱਖੋਂ 7ਵੇਂ ਨੰਬਰ 'ਤੇ ਹੈ, ਪਰੰਤੂ ਭਾਰਤ ਸੰਸਾਰ ਵਿੱਚ ਜਨਸੰਖਿਆ ਪੱਖੋਂ ਚੀਨ ਤੋਂ ਬਾਅਦ ਦੂਜੇ ਨੰਬਰ 'ਤੇ ਹੈ। ਨਵੀਂ ਦਿੱਲੀ ਇਸ ਦੀ ਰਾਜਧਾਨੀ ਹੈ। ਅਸੀਂ ਦੁਹਰਾ ਰਹੇ ਹਾਂ ਕਿ ਭਾਰਤ ਦੀ ਤਰੱਕੀ ਵਿੱਚ ਗੰਗਾ ਬ੍ਰਹਮਪੁੱਤਰ ਦੇ ਵਿਸ਼ਾਲ ਉਪਜਾਊ ਮੈਦਾਨਾਂ ਦੀ ਅਹਿਮ ਭੂਮਿਕਾ ਹੈ। ਭਾਰਤ ਦੇ ਪ੍ਰਾਇਦੀਪੀ ਪਠਾਰ ਕੁਦਰਤੀ ਖਣਿਜ ਦਾ ਭੰਡਾਰ ਹਨ। ਅਸੀਂ ਪੜ੍ਹਿਆ ਕਿ ਭਾਰਤ ਦੇ ਪ੍ਰਾਇਦੀਪੀ ਪਠਾਰ ਜਿਹੜੇ ਹੈਗੇ ਉਹ ਕੁਦਰਤੀ ਖਣਿਜ ਦਾ ਭੰਡਾਰ ਹਨ। ਅੱਗੇ ਅਸੀਂ ਸੰਸਾਰ ਦੇ 10 ਸਭ ਤੋਂ ਵੱਡੇ ਦੇਸ਼ਾਂ ਦਾ ਅਗਰ ਅਸੀਂ ਖੇਤਰਫਲ ਵਰਗ ਕਿਲੋਮੀਟਰ ਦੇ ਵਿੱਚ ਦੇਖੀਏ ਅਤੇ ਦੇਸ਼ ਦਾ ਨਾਂ ਦੇਖੀਏ ਤਾਂ ਲੜੀ ਨੰਬਰ 1 ਦੇ ਉੱਪਰ ਹੈਗਾ ਰੂਸ, ਅਤੇ 2 ਨੰਬਰ 'ਤੇ ਹੈਗਾ ਕੈਨੇਡਾ, ਫਿਰ ਆਉਂਦੀ ਹੈ ਵਾਰੀ ਚੀਨ ਦੀ, ਫਿਰ ਸੰਯੁਕਤ ਰਾਜ ਅਮਰੀਕਾ, ਬ੍ਰਾਜ਼ੀਲ, ਫਿਰ ਆਸਟ੍ਰੇਲੀਆ, 7ਵੇਂ ਨੰਬਰ 'ਤੇ ਭਾਰਤ, 8ਵੇਂ ਨੰਬਰ 'ਤੇ ਅਰਜਨਟੀਨਾ, 9ਵੇਂ ਨੰਬਰ 'ਤੇ ਕਜ਼ਾਕਿਸਤਾਨ ਅਤੇ 10ਵੇਂ ਨੰਬਰ 'ਤੇ ਅਲਜੀਰੀਆ ਆਉਂਦਾ ਹੈ। ਤਾਂ ਇਹ ਸੰਸਾਰ ਦੇ 10 ਜਿਹੜੇ ਸਭ ਤੋਂ ਵੱਡੇ ਦੇਸ਼ ਹਨ, ਉਹਨਾਂ ਦਾ ਖੇਤਰਫਲ ਵੀ ਤੁਹਾਡੀ ਸਕਰੀਨ 'ਤੇ ਵਰਗ ਕਿਲੋਮੀਟਰਾਂ ਵਿੱਚ ਦਿੱਤਾ ਹੋਇਆ। ਰੂਸ, ਕੈਨੇਡਾ, ਚੀਨ, ਸੰਯੁਕਤ ਰਾਜ ਅਮਰੀਕਾ, ਬ੍ਰਾਜ਼ੀਲ, ਆਸਟ੍ਰੇਲੀਆ, ਭਾਰਤ, ਅਰਜਨਟੀਨਾ, ਕਜ਼ਾਕਿਸਤਾਨ ਅਤੇ ਅਲਜੀਰੀਆ। ਤਾਂ ਅਸੀਂ ਇਸ ਨੂੰ ਦੁਹਰਾ ਸਕਦੇ ਹਾਂ। ਅੱਗੇ ਅਸੀਂ ਭਾਰਤ ਦੀ ਸਥਿਤੀ ਦੀ ਗੱਲ ਕੀਤੀ ਸੀਗੀ, ਲੋਕੇਸ਼ਨ ਆਫ ਇੰਡੀਆ। ਅਗਰ ਅਸੀਂ ਜੋਗਰਾਫੀ ਆਧਾਰ 'ਤੇ ਦੇਖੀਏ ਤਾਂ ਭਾਰਤ ਦਾ ਅਕਸ਼ਾਂਸ਼ੀ ਵਿਸਥਾਰ 8 ਡਿਗਰੀ 4 ਮਿੰਟ ਜਿਹੜਾ ਹੈਗਾ ਉੱਤਰ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰ ਤੱਕ, ਅਤੇ ਦਿਸ਼ਾਂਤਰ ਜਿਹੜਾ ਲੌਂਗੀਟਿਊਡਨਲ ਵਿਸਥਾਰ ਹੈ ਉਹ 68 ਡਿਗਰੀ 7 ਮਿੰਟ ਪੂਰਬ ਤੋਂ ਲੈ ਕੇ 97 ਡਿਗਰੀ 25 ਮਿੰਟ ਪੂਰਬ ਤੱਕ ਹੈ। ਇੱਕ ਵਾਰ ਮੈਂ ਫਿਰ ਰਿਪੀਟ ਕਰਦਾ ਕਿ ਭਾਰਤ ਦਾ ਅਕਸ਼ਾਂਸ਼ੀ ਵਿਸਥਾਰ 8 ਡਿਗਰੀ 4 ਮਿੰਟ ਉੱਤਰ ਤੋਂ ਲੈ ਕੇ 37 ਡਿਗਰੀ 6 ਮਿੰਟ ਉੱਤਰ ਤੱਕ, ਅਤੇ ਦਿਸ਼ਾਂਤਰ ਜਿਹੜਾ ਹੈਗਾ ਲੌਂਗੀਟਿਊਡਨਲ ਵਿਸਥਾਰ 68 ਡਿਗਰੀ 7 ਮਿੰਟ ਪੂਰਬ ਤੋਂ ਲੈ ਕੇ 97 ਡਿਗਰੀ 25 ਮਿੰਟ ਪੂਰਬ ਤੱਕ ਹੈ। ਭਾਰਤ ਦਾ ਉੱਤਰ ਤੋਂ ਦੱਖਣ ਤੱਕ ਖੇਤਰੀ ਵਿਸਥਾਰ 3214 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਤੱਕ ਖੇਤਰੀ ਵਿਸਥਾਰ 2933 ਕਿਲੋਮੀਟਰ ਹੈ। ਮੈਂ ਫਿਰ ਦੁਹਰਾਉਣਾ ਪਿਆਰੇ ਵਿਦਿਆਰਥੀਓ ਕਿ ਭਾਰਤ ਦਾ ਉੱਤਰ ਤੋਂ ਦੱਖਣ ਤੱਕ ਖੇਤਰੀ ਵਿਸਥਾਰ ਜਿਹੜਾ ਹੈਗਾ ਉਹ 3214 ਕਿਲੋਮੀਟਰ ਅਤੇ ਪੂਰਬ ਤੋਂ ਪੱਛਮ ਤੱਕ ਖੇਤਰੀ ਵਿਸਥਾਰ 2933 ਕਿਲੋਮੀਟਰ ਹੈ। ਭਾਰਤ ਦੇ ਪੂਰਬੀ ਅਤੇ ਪੱਛਮੀ ਕਿਨਾਰਿਆਂ ਦੇ ਸਮੇਂ ਵਿੱਚ 2 ਘੰਟਿਆਂ ਦਾ ਫਰਕ ਹੈ। ਇਸੇ ਕਾਰਨ ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਸੌਰਾਸ਼ਟਰ ਭਾਵ ਗੁਜਰਾਤ ਵਿੱਚ ਰਾਤ ਹੁੰਦੀ ਹੈ। ਤੁਸੀਂ ਨਕਸ਼ੇ 'ਚ ਦੇਖ ਸਕਦੇ ਹੋ ਕਿ ਭਾਰਤ ਦੀ ਸਥਿਤੀ ਜਿਹੜੀ ਹੈਗੀ ਹੈ ਉਹ ਕੀ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ। ਅੱਗੇ ਅਸੀਂ ਗੱਲ ਕਰਾਂਗੇ ਭਾਰਤ ਅਕਸ਼ਾਂਸ਼ ਅਤੇ ਦਿਸ਼ਾਂਤਰਾਂ ਦੀ। ਭਾਰਤ ਦਾ ਖੇਤਰੀ ਵਿਸਥਾਰ ਉੱਤਰ ਵਿੱਚ ਦਫਦਾਰ ਤੋਂ ਲੈ ਕੇ ਦੱਖਣ ਵਿੱਚ ਕੇਪ ਕੋਮੋਰਿਨ, ਕੰਨਿਆ ਕੁਮਾਰੀ ਤੱਕ 3214 ਕਿਲੋਮੀਟਰ ਹੈ। ਭਾਰਤੀ ਗਣਤੰਤਰ ਦਾ ਸਭ ਤੋਂ ਦੱਖਣੀ ਸਿਰਾ ਨਿਕੋਬਾਰ ਦੀਪ ਹਿੰਦ ਮਹਾਸਾਗਰ ਵਿੱਚ ਇੰਦਰਾ ਪੁਆਇੰਟ ਹੈ।
ਮੈਂ ਦੁਹਰਾਨਾ, ਭਾਰਤ ਦਾ ਖੇਤਰੀ ਵਿਸਥਾਰ ਉੱਤਰ ਵਿੱਚ ਦਫਦਾਰ ਤੋਂ ਲੈ ਕੇ ਦੱਖਣ ਵਿੱਚ ਕੇਪ ਕੋਮੋਰਿਨ ਕੰਨਿਆਕੁਮਾਰੀ ਤੱਕ 3214 ਕਿਲੋਮੀਟਰ, ਅਤੇ ਭਾਰਤੀ ਗਣਤੰਤਰ ਦਾ ਸਭ ਤੋਂ ਦੱਖਣੀ ਸਿਰਾ ਨਿਕੋਬਾਰ ਦੀਪ ਹਿੰਦ ਮਹਾਸਾਗਰ ਵਿੱਚ ਇੰਦਰਾ ਪੁਆਇੰਟ ਹੈ। ਇੰਦਰਾ ਪੁਆਇੰਟ ਅਕਸਰ ਨਕਸ਼ੇ ਵਿੱਚ ਭਰਨਾ ਵੀ ਆ ਜਾਂਦਾ ਹੈ। ਭਾਰਤ ਦਾ ਪੂਰਬ ਈਸਟ ਤੋਂ ਪੱਛਮ ਮਤਲਬ ਵੈਸਟ ਤੱਕ ਵਿਸਥਾਰ ਜਿਹੜਾ ਹੈਗਾ, ਪੂਰਬ ਵਿੱਚ ਕਿਬਿਥੂ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਵਿੱਚ ਗੁਹਾਰ ਮੋਤੀ, ਜਿਹਨੂੰ ਕੱਛ ਕਹਿੰਦੇ ਆ, ਕੱਛ ਤੱਕ ਦਾ ਇਲਾਕਾ ਹੈ, ਤਾਂ ਤੱਕ 2933 ਕਿਲੋਮੀਟਰ ਹੈ। ਤਾਂ ਭਾਰਤ ਦਾ ਪੂਰਬ ਤੋਂ ਪੱਛਮ ਤੱਕ ਵਿਸਥਾਰ ਜਿਹੜਾ ਹੈਗਾ, ਪੂਰਬ ਵਿੱਚ ਕਿਬਿਥੂ ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਵਿੱਚ ਗੁਹਾਰ ਮੋਤੀ ਮਤਲਬ ਕੱਛ ਤੱਕ 2933 ਕਿਲੋਮੀਟਰ ਹੈ। ਅੱਗੇ ਗੁਜਰਾਤ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 2 ਘੰਟਿਆਂ ਦਾ ਫਰਕ ਕਿਉਂ ਹੈ, ਇਸ ਦੀ ਇੱਥੇ ਅਸੀਂ ਦੁਹਰਾਈ ਕਰਾਂਗੇ ਕਿ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦੀ ਲੰਬਾਈ 2933 ਕਿਲੋਮੀਟਰ ਹੈ। ਇਹ ਪੁਆਇੰਟ ਨੋਟ ਕਰਨ ਵਾਲਾ ਪਿਆਰੇ ਵਿਦਿਆਰਥੀਓ ਕਿ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦੀ ਲੰਬਾਈ ਜਿਹੜੀ ਹੈਗੀ 2933 ਕਿਲੋਮੀਟਰ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਇਸ ਵਿੱਚ 30 ਦਿਸ਼ਾਂਤਰ ਦਾ ਫਰਕ ਹੈ। ਹਰੇਕ ਦਿਸ਼ਾਂਤਰ ਵਿੱਚ 4 ਮਿੰਟ ਦਾ ਫਰਕ ਹੁੰਦਾ ਹੈ, ਇਸ ਲਈ ਇਹ ਫਰਕ 2 ਘੰਟਿਆਂ ਦਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਅਰੁਣਾਚਲ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਗੁਜਰਾਤ ਵਿੱਚ ਰਾਤ ਦਾ ਆਖਰੀ ਜਿਹੜਾ ਹੈਗਾ ਪਹਿਰ ਉਹ ਚੱਲ ਰਿਹਾ ਹੁੰਦਾ ਹੈ, ਆਖਰੀ ਪੜਾਅ ਚੱਲ ਰਿਹਾ ਹੁੰਦਾ ਹੈ। ਅਸੀਂ ਦੁਹਰਾਨੇ ਇੱਕ ਵਾਰ ਫਿਰ ਕਿ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦੀ ਲੰਬਾਈ ਜਿਹੜੀ ਹੈਗੀ 2933 ਕਿਲੋਮੀਟਰ ਹੈ, ਜਿਹੜੀ ਕਿ ਬਹੁਤ ਜ਼ਿਆਦਾ ਹੈ। ਇਸ ਵਿੱਚ 30 ਦਿਸ਼ਾਂਤਰ ਦਾ ਫਰਕ ਹੈ। ਇੱਕ ਦਿਸ਼ਾਂਤਰ ਦੇ ਵਿੱਚ 4 ਮਿੰਟ ਦਾ ਫਰਕ ਹੋ ਗਿਆ, ਅਤੇ ਇਸ ਲਈ ਇਹ ਫਰਕ ਜਿਹੜਾ ਹੈਗਾ ਉਹ 2 ਘੰਟਿਆਂ ਦਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਅਰੁਣਾਚਲ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਰਾਤ ਦਾ ਆਖਰੀ ਪਹਿਰ ਚੱਲ ਰਿਹਾ ਹੁੰਦਾ। ਅੱਗੇ ਅਸੀਂ ਗੱਲ ਕਰਾਂਗੇ ਭਾਰਤ ਦਾ ਸਟੈਂਡਰਡ ਸਮਾਂ ਜਿਹੜਾ ਹੈਗਾ ਉਸ ਦੀ। ਤੁਸੀਂ ਭਾਰਤ ਦੇ ਮਾਣਕ ਸਮੇਂ ਸਟੈਂਡਰਡ ਇੰਡੀਅਨ ਸਟੈਂਡਰਡ ਟਾਈਮ ਬਾਰੇ ਤਾਂ ਜ਼ਰੂਰ ਸੁਣਿਆ ਹੋਊਗਾ। ਭਾਰਤ ਦਾ ਮਾਣਕ ਸਮਾਂ ਜਿਹੜਾ ਹੈਗਾ ਉਹ 82 ਡਿਗਰੀ 30 ਮਿੰਟ ਪੂਰਬ ਸਟੈਂਡਰਡ ਮੈਰੀਡੀਅਨ ਤੋਂ ਜਿਹੜਾ ਹੈਗਾ ਸਿੱਖਿਆ ਜਾਂਦਾ ਹੈ। ਮਾਣਕ ਸਮਾਂ ਜਿਹੜਾ ਹੈਗਾ 82 ਡਿਗਰੀ 30 ਮਿੰਟ ਪੂਰਬ ਸਟੈਂਡਰਡ ਮੈਰੀਡੀਅਨ ਤੋਂ ਸਿੱਖਿਆ ਜਾਂਦਾ ਹੈ। ਇਹ ਲੰਬਕਾਰ ਉੱਤਰ ਪ੍ਰਦੇਸ਼ ਵਿੱਚ ਇਲਾਹਾਬਾਦ ਦੇ ਸਥਾਨ ਤੋਂ ਲੰਘਦਾ ਮੰਨਿਆ ਜਾਂਦਾ ਹੈ। ਇਸ ਲਈ ਭਾਰਤ ਦਾ ਮਿਆਰੀ ਸਮਾਂ 0 ਡਿਗਰੀ ਮਾਧਿਅਮ ਰੇਖਾ ਪ੍ਰਾਈਮ ਮੈਰੀਡੀਅਨ, ਜੋ ਕਿ ਇੰਗਲੈਂਡ ਦੇ ਗ੍ਰੀਨ ਵਿੱਚੋਂ ਦੀ ਸਥਾਨ ਤੋਂ ਲੰਘਦੀ ਹੈ, ਤੋਂ 5 ਘੰਟੇ 30 ਮਿੰਟ ਮਤਲਬ 30 ਘੰਟੇ ਅੱਗੇ ਹੈ। ਸੰਸਾਰ ਵਿੱਚ ਭਾਰਤ ਦੀ ਸਥਿਤੀ ਦੀ ਅਸੀਂ ਅੱਗੇ ਗੱਲ ਕਰੀਏ ਤਾਂ ਭਾਰਤ ਸੰਸਾਰ ਦੇ ਸਭ ਤੋਂ ਵੱਡੇ ਮਹਾਂਦੀਪ ਏਸ਼ੀਆ ਦੇ ਦੱਖਣ ਵਿੱਚ ਸਥਿਤ ਹੈ। ਭਾਰਤ ਜਿਹੜਾ ਹੈਗਾ ਉਹ ਸੰਸਾਰ ਦੇ ਸਭ ਤੋਂ ਵੱਡੇ ਮਹਾਂਦੀਪ ਏਸ਼ੀਆ ਦੇ ਦੱਖਣ ਵਿੱਚ ਸਥਿਤ ਹੈ। ਇਸ ਦੇ ਉੱਤਰ ਵੱਲ ਹਿਮਾਲਿਆ ਦੀ ਅਜਿਹੀ ਵਿਸ਼ਾਲ ਗਗਨਚੁੰਬੀ ਪਰਬਤੀ ਲੜੀ ਹੈ ਜਿਵੇਂ ਅਸਮਾਨ ਨੂੰ ਛੂਹ ਰਹੀ ਹੋਵੇ। ਦੱਖਣ ਵਿੱਚ ਵੱਲ ਹਿੰਦ ਮਹਾਸਾਗਰ ਹੈ। ਪ੍ਰਾਇਦੀਪੀ ਪਠਾਰ ਦੇ ਪੱਛਮ ਵਿੱਚ ਅਰਬ ਸਾਗਰ, ਜਿਸ ਨੂੰ ਅਰੇਬੀਅਨ ਸੀ ਕਿਹਾ ਜਾਂਦਾ ਹੈ, ਇਹ ਹੈਗਾ, ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਬੇ ਆਫ ਬੰਗਾਲ ਹੈ। ਕਰਕ ਰੇਖਾ ਜਿਹਨੂੰ ਕਿ ਅੰਗਰੇਜ਼ੀ 'ਚ ਟ੍ਰੋਪਿਕ ਆਫ ਕੈਂਸਰ ਕਹਿੰਦੇ ਆਪਾਂ, ਕਰਕ ਰੇਖਾ ਭਾਰਤ ਦੇ ਐਨ ਵਿਚਕਾਰੋਂ ਲੰਘਦੀ ਹੈ। ਇਸ ਨੂੰ 2 ਬਰਾਬਰ ਭਾਗਾਂ ਵਿੱਚ ਵੰਡਦੀ ਹੈ। ਭਾਰਤ ਦੀ ਜ਼ਮੀਨੀ ਸਰਹੱਦ 7 ਗੁਆਂਢੀ ਦੇਸ਼ਾਂ, ਜਿਹਦੇ ਵਿੱਚ ਮਿਆਂਮਾਰ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਚੀਨ ਨਾਲ ਸਾਂਝੀ ਹੈ, ਜਦੋਂ ਕਿ ਦੱਖਣ ਵੱਲ ਗੁਆਂਢ ਵਿੱਚ ਸ਼੍ਰੀਲੰਕਾ ਟਾਪੂ ਦੇਸ਼ ਹੈ। ਸੰਸਾਰ ਵਿੱਚ ਭਾਰਤ ਦੀ ਸਥਿਤੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਦੁਹਰਾਉਂਦੇ ਨੂੰ ਇੱਕ ਵਾਰ ਫਿਰ, ਭਾਰਤ ਸੰਸਾਰ ਦੇ ਸਭ ਤੋਂ ਵੱਡੇ ਮਹਾਂਦੀਪ ਏਸ਼ੀਆ ਦੇ ਦੱਖਣ ਵਿੱਚ ਸਥਿਤ ਹੈ। ਇਸ ਦੇ ਉੱਤਰ ਵੱਲ ਹਿਮਾਲਿਆ ਦੀ ਅਜਿਹੀ ਵਿਸ਼ਾਲ ਗਗਨਚੁੰਬੀ ਪਰਬਤੀ ਲੜੀ ਹੈ ਜਿਵੇਂ ਅਸਮਾਨ ਨੂੰ ਛੂਹ ਰਹੀ ਹੋਵੇ। ਦੱਖਣ ਵੱਲ ਹਿੰਦ ਮਹਾਸਾਗਰ ਹੈ। ਪ੍ਰਾਇਦੀਪੀ ਪਠਾਰ ਦੇ ਪੱਛਮ ਵਿੱਚ ਅਰਬ ਸਾਗਰ ਅਤੇ ਪੂਰਬ ਦੇ ਵਿੱਚ ਬੰਗਾਲ ਦੀ ਖਾੜੀ ਹੈ, ਜਿਸ ਨੂੰ ਬੇ ਆਫ ਬੰਗਾਲ ਕਿਹਾ ਜਾਂਦਾ ਹੈ। ਕਰਕ ਰੇਖਾ ਜਿਹੜੀ ਹੈਗੀ ਟ੍ਰੋਪਿਕ ਆਫ ਕੈਂਸਰ ਭਾਰਤ ਦੇ ਐਨ ਵਿੱਚੋਂ ਦੀ ਲੰਘਦੀ ਹੈ। ਇਸ ਨੂੰ ਔਰ ਭਾਰਤ ਜਿਹੜਾ ਹੈਗਾ ਇਹਨੂੰ 2 ਬਰਾਬਰ ਭਾਗਾਂ ਵਿੱਚ ਵੰਡਦੀ ਹੈ। ਭਾਰਤ ਦੀ ਜ਼ਮੀਨੀ ਸਰਹੱਦ 7 ਗੁਆਂਢੀ ਦੇਸ਼ਾਂ, ਜਿਨ੍ਹਾਂ ਵਿੱਚ ਮਿਆਂਮਾਰ, ਅਫਗਾਨਿਸਤਾਨ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼ ਅਤੇ ਚੀਨ ਨਾਲ ਸਾਂਝੀ ਹੈ, ਜਦੋਂ ਕਿ ਦੱਖਣ ਵੱਲ ਗੁਆਂਢ ਵਿੱਚ ਸ਼੍ਰੀਲੰਕਾ ਟਾਪੂ ਹੈ। ਅੱਗੇ ਭਾਰਤ ਦੀ ਸਰਹੱਦ ਦੀ ਅਸੀਂ ਜਿਹੜੀ ਗੱਲ ਕੀਤੀ ਹੈ ਤਾਂ ਭਾਰਤ ਦੀ ਜ਼ਮੀਨੀ ਸਰਹੱਦ ਜਿਹੜੀ ਹੈਗੀ ਕੁੱਲ ਇਹਦੀ ਲੰਬਾਈ 15,200 ਕਿਲੋਮੀਟਰ ਹੈ, ਅਤੇ ਸਮੁੰਦਰੀ ਤੱਟ ਰੇਖਾ ਦੀ ਲੰਬਾਈ ਜਿਹੜੀ ਹੈਗੀ ਉਹ 7,516.6 ਕਿਲੋਮੀਟਰ ਹੈ। ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਸਭ ਤੋਂ ਜ਼ਿਆਦਾ ਬੰਗਲਾਦੇਸ਼ ਜਿਹੜਾ ਹੈਗਾ ਉਹਦੇ ਨਾਲ ਮਿਲਦੀ ਹੈ, ਅਤੇ ਸਭ ਤੋਂ ਘੱਟ ਅਫਗਾਨਿਸਤਾਨ ਨਾਲ 80 ਕਿਲੋਮੀਟਰ ਨਾਲ ਲੱਗਦੀ ਹੈ। ਤਾਂ ਅਸੀਂ ਦੇਖ ਸਕਦੇ ਹਾਂ ਕਿ ਭਾਰਤ ਦੀ ਅੰਤਰਰਾਸ਼ਟਰੀ ਸਰਹੱਦ ਦੀ ਲੰਬਾਈ ਅਤੇ ਇਹਦੀ ਪਰਸੈਂਟੇਜ ਵੀ ਜਿਹੜੀ ਹੈਗੀ ਇਸ ਟੇਬਲ ਵਿੱਚ ਦਿਖਾਈ ਗਈ ਹੈ। ਸਭ ਤੋਂ ਪਹਿਲਾਂ ਆ ਗਿਆ ਬੰਗਲਾਦੇਸ਼, ਫਿਰ ਚੀਨ, ਦੈਨ ਪਾਕਿਸਤਾਨ, ਫਿਰ ਨੇਪਾਲ, ਮਿਆਂਮਾਰ, ਭੂਟਾਨ, ਅਤੇ ਫਿਰ ਅਸੀਂ ਦੇਖ ਰਹੇ ਹਾਂ ਸਕਰੀਨ 'ਤੇ ਅਫਗਾਨਿਸਤਾਨ। ਤਾਂ ਅੰਤਰਰਾਸ਼ਟਰੀ ਵਪਾਰ ਦੀ ਅਸੀਂ ਜੇ ਗੱਲ ਕਰੀਏ ਤਾਂ ਇੱਥੇ ਦੁਹਰਾਵਾਂਗੇ ਕਿ ਭਾਰਤ ਦੇ ਦੱਖਣੀ ਪ੍ਰਾਇਦੀਪੀ ਪਠਾਰ ਇਲਾਕੇ ਦੇ 3 ਪਾਸੇ ਸਮੁੰਦਰ ਹੋਣ ਕਾਰਨ ਭਾਰਤ ਦਾ 96% ਵਪਾਰ ਸਮੁੰਦਰ ਦੇ ਰਸਤੇ ਹੁੰਦਾ ਹੈ।
ਭਾਰਤ ਦੇ ਵਪਾਰਕ ਸੰਬੰਧ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਰਪੀ, ਏਸ਼ੀਆਈ, ਅਫਰੀਕੀ ਅਤੇ ਦੱਖਣ ਪੂਰਬੀ ਏਸ਼ੀਆ ਦੇ ਲਗਭਗ ਸਾਰੇ ਦੇਸ਼ਾਂ ਨਾਲ ਨੇ। ਸੁਏਜ਼ ਜਿਹੜੀ ਕੈਨਾਲ ਹੈ, ਇਹ ਨਹਿਰ ਇਹਦੇ ਖੁੱਲ੍ਹ ਜਾਣ ਨਾਲ ਭਾਰਤ ਦੇ ਯੂਰਪ ਅਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਡੂੰਘੇ ਹੋਏ ਨੇ। ਭਾਰਤ ਦੀ ਹਿੰਦ ਮਹਾਸਾਗਰ ਵਿੱਚ ਮਹੱਤਵਪੂਰਨ ਸਥਿਤੀ ਕਾਰਨ ਇਸ ਨੂੰ ਦੱਖਣ ਏਸ਼ੀਆਈ ਖੇਤਰ ਸਹਿਯੋਗ ਸੰਗਠਨ ਜਿਹੜਾ ਹੈਗਾ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ ਸਾਰਕ ਵਿੱਚ ਮਹੱਤਵਪੂਰਨ ਸਥਾਨ ਹਾਸਲ ਹੈ। ਇਹ ਸਾਰਕ ਦੇ 8 ਏਸ਼ੀਆਈ ਦੇਸ਼ ਜਿਹੜੇ ਹੈਗੇ ਇਹਨਾਂ ਦੀ ਅੱਗੇ ਅਸੀਂ ਗੱਲ ਕਰਦੇ ਹਾਂ। ਤਾਂ ਦੁਹਰਾ ਲਈਏ ਕਿ ਅੰਤਰਰਾਸ਼ਟਰੀ ਵਪਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਭਾਰਤ ਦੇ ਦੱਖਣੀ ਪ੍ਰਾਇਦੀਪੀ ਪਠਾਰ ਇਲਾਕੇ ਦੇ 3 ਪਾਸੇ ਸਮੁੰਦਰ ਹੋਣ ਕਾਰਨ ਭਾਰਤ ਦਾ 96% ਵਪਾਰ ਸਮੁੰਦਰ ਦੇ ਰਸਤੇ ਹੁੰਦਾ ਹੈ। ਭਾਰਤ ਦੇ ਵਪਾਰਕ ਸੰਬੰਧ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਰਪੀ, ਏਸ਼ੀਆਈ, ਅਫਰੀਕੀ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਲਗਭਗ ਸਾਰੇ ਦੇਸ਼ਾਂ ਨਾਲ ਨੇ। ਸੁਏਜ਼ ਕੈਨਾਲ ਜਿਹੜੀ ਹੈਗੀ ਇਹਦੇ ਖੁੱਲ੍ਹਣ ਨਾਲ ਭਾਰਤ ਨੇ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਨਾਲ ਵੀ ਵਪਾਰ ਦੇ ਸੰਬੰਧ ਜਿਹੜੇ ਹੈਗੇ ਉਹ ਬਹੁਤ ਡੂੰਘੇ ਹੋਏ ਨੇ। ਭਾਰਤ ਦੇ ਹਿੰਦ ਮਹਾਸਾਗਰ ਵਿੱਚ ਮਹੱਤਵਪੂਰਨ ਸਥਿਤੀ ਕਾਰਨ ਇਸ ਨੂੰ ਜਿਹੜੇ ਸਾਰਕ ਦੇਸ਼ ਜਿਹੜੇ ਹੈਗੇ ਉਹਨਾਂ ਦੇ ਵਿੱਚ ਮਹੱਤਵਪੂਰਨ ਸਥਾਨ ਹਾਸਲ ਹੈ। ਸਾਰਕ ਦੇਸ਼ਾਂ ਦੇ ਵਿੱਚ 8 ਦੇਸ਼ ਹਨ, ਉਹਨਾਂ ਦੀ ਅਸੀਂ ਗੱਲ ਕਰਦੇ ਹਾਂ ਤਾਂ ਸਾਰਕ ਦੇਸ਼ ਜਿਹੜੇ ਹੈਗੇ ਅਫਗਾਨਿਸਤਾਨ ਹੋ ਗਿਆ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ। ਤਾਂ ਸਾਰਕ ਦੇਸ਼ ਜਿਹੜੇ 8 ਹਨ ਉਹਨਾਂ ਦੇ ਮੈਂ ਨਾਮ ਬੋਲ ਰਿਹਾ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ। ਅੱਗੇ ਰਾਜਨੀਤਿਕ ਵੰਡ ਦੀ ਅਗਰ ਅਸੀਂ ਗੱਲ ਕਰੀਏ ਤਾਂ ਰਾਜਨੀਤਿਕ ਵੰਡ ਜਿਹੜੀ ਹੈਗੀ ਪਹਿਲਾਂ ਭਾਰਤ 29 ਰਾਜਾਂ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਸੀ, ਪਰ ਹੁਣ ਭਾਰਤ ਦੀ ਰਾਜਨੀਤਿਕ ਵੰਡ ਜਿਹੜੀ ਹੈਗੀ ਉਹ ਇਸ ਪ੍ਰਕਾਰ ਹੋ ਗਈ ਹੈ। ਭਾਰਤ ਵਿੱਚ 28 ਰਾਜ ਹਨ ਅਤੇ ਭਾਰਤ ਵਿੱਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈਗੇ। ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜਾ ਵਾਪਸ ਲੈਣ ਕਾਰਨ ਉੱਥੇ ਹੁਣ ਕੇਂਦਰ ਸ਼ਾਸਿਤ ਪ੍ਰਦੇਸ਼ ਜਿਹੜਾ ਹੈਗਾ ਜੰਮੂ ਅਤੇ ਲੱਦਾਖ ਬਣਾਏ ਗਏ ਨੇ। ਇਹ ਅਸੀਂ ਹੈਗੀ ਹੈ ਭਾਰਤ ਦੀ ਰਾਜਨੀਤਿਕ ਵੰਡ। ਅਤੇ ਭਾਰਤ ਦੀ ਜਿਹੜੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਰਾਜ ਜਿਹੜੇ ਹੈਗੇ ਇਹ ਤੁਸੀਂ ਆਪਣੇ ਨਕਸ਼ੇ ਦੇ ਵਿੱਚ ਦੇਖ ਸਕਦੇ ਹੋ। ਤਾਂ ਇਹ ਪਾਠ ਦੇ ਵਿੱਚ ਅਸੀਂ ਹੁਣ ਤੱਕ ਕੀ ਪੜ੍ਹਿਆ ਕਿ ਭਾਰਤ ਸੰਸਾਰ ਵਿੱਚ ਖੇਤਰਫਲ ਪੱਖੋਂ 7ਵੇਂ ਅਤੇ ਵਸੋਂ ਪੱਖੋਂ ਦੂਜੇ ਸਥਾਨ 'ਤੇ ਹੈ, ਦੂਜਾ ਵੱਡਾ ਦੇਸ਼ ਹੈ। ਹਿਮਾਲਿਆ ਦਾ ਪਸਾਰ ਭਾਰਤ ਨੂੰ ਏਸ਼ੀਆ ਦੀ ਧਰਤੀ ਨਾਲੋਂ ਜਿਹੜਾ ਹੈਗਾ ਉਹ ਉਪ ਮਹਾਦੀਪ ਬਣਾ ਦਿੰਦੇ ਆ ਵੱਖ ਕਰਕੇ। ਅਤੇ ਭਾਰਤ ਦਾ ਜਿਹੜਾ ਖੜਮਾ NS ਜਿਹੜਾ ਪਸਾਰ ਹੈ ਉਹ 3214 ਕਿਲੋਮੀਟਰ ਅਤੇ ਲੇਟਮਾ ਜਿਹੜਾ ਈਸਟ ਵੈਸਟ ਪਸਾਰ ਜਿਹੜਾ ਹੈਗਾ 2933 ਕਿਲੋਮੀਟਰ ਹੈ। ਭਾਰਤੀ ਮਾਨਕ ਸਮਾਂ ਕੌਮਾਂਤਰੀ ਸਮੇਂ ਤੋਂ 5 ਘੰਟੇ 30 ਮਿੰਟ ਅੱਗੇ ਹੈ, 5 ਘੰਟੇ 30 ਮਿੰਟ ਅੱਗੇ ਹੈ। ਭਾਰਤ ਦੀਆਂ ਹੱਦਾਂ ਨੂੰ ਛੂਹਣ ਵਾਲੇ ਦੇਸ਼ਾਂ ਦੀ ਗਿਣਤੀ ਜਿਹੜੀ ਹੈਗੀ ਉਹ 7 ਹੈਗੀ। ਦੇਸ਼ ਦੀ ਜ਼ਮੀਨੀ ਸਰਹੱਦ ਜਿਹੜੀ ਹੈਗੀ 15200 ਕਿਲੋਮੀਟਰ ਅਤੇ ਤੱਟ ਰੇਖਾ ਤੋਂ 7516 ਕਿਲੋਮੀਟਰ ਹੈ। ਸਾਰਕ ਤੋਂ ਭਾਵ ਜਿਹੜਾ ਹੈਗਾ ਅਸੀਂ ਇਹਦੀ ਫੁੱਲ ਫਾਰਮ ਦੇਖੀ ਸੀਗੀ ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਅੱਗੇ ਚੰਡੀਗੜ੍ਹ ਅਤੇ ਹੈਦਰਾਬਾਦ 2 ਅਜਿਹੇ ਸ਼ਹਿਰ ਨੇ ਜਿਹੜੇ ਕਿ ਇੱਕ ਤੋਂ ਵੱਧ ਰਾਜਾਂ ਦੀਆਂ ਰਾਜਧਾਨੀਆਂ ਹਨ। ਅਤੇ ਦਿੱਲੀ ਜਿਹੜਾ ਕਿ ਕੌਮੀ ਰਾਜਧਾਨੀ ਖੇਤਰ NCR ਹੈ, ਇਹਦਾ ਨਵੀਂ ਦਿੱਲੀ ਇਲਾਕਾ ਕੌਮੀ ਰਾਜਧਾਨੀ ਹੈ। ਅੱਗੇ ਅਸੀਂ ਰਾਜ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਅਗਰ ਭਾਰਤ ਦੇ ਇਹਦੀ ਸਾਰਣੀ ਦੇਖੀਏ ਤਾਂ ਭਾਰਤ ਦੀ ਰਾਜਨੀਤਿਕ ਵੰਡ ਜਿਹੜੀ ਹੈਗੀ ਹੈ ਉਸ ਦੇ ਵਿੱਚ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਹੈ, ਫਿਰ ਇਹਦੀ ਰਾਜਧਾਨੀ ਜਿਹੜੀ ਹੈਗੀ ਹੈਦਰਾਬਾਦ ਹੈ। ਅਤੇ ਅੱਗੇ ਇਹਦਾ ਖੇਤਰਫਲ ਦਿੱਤਾ ਹੋਇਆ ਹੈ ਅਤੇ ਇੱਥੇ ਮੁੱਖ ਭਾਸ਼ਾਵਾਂ ਜਿਹੜੀਆਂ ਹੈਗੀਆਂ ਤੇਲਗੂ ਅਤੇ ਉਰਦੂ ਬੋਲੀ ਜਾਂਦੀ ਹੈ। ਅੱਗੇ ਸਾਡੇ ਕੋਲ ਅਰੁਣਾਚਲ ਪ੍ਰਦੇਸ਼ ਹੈ। ਅਰੁਣਾਚਲ ਪ੍ਰਦੇਸ਼ ਦੀ ਰਾਜਧਾਨੀ ਈਟਾਨਗਰ ਹੈ ਅਤੇ ਇਹਦਾ ਖੇਤਰਫਲ ਜਿਹੜਾ ਹੈਗਾ 83,743 ਕਿਲੋਮੀਟਰ ਵਰਗ ਕਿਲੋਮੀਟਰਾਂ ਵਿੱਚ ਦਿੱਤਾ ਹੋਇਆ ਖੇਤਰਫਲ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ। ਅਤੇ ਇੱਥੇ ਭਾਸ਼ਾਵਾਂ ਜਿਹੜੀਆਂ ਹੈਗੀਆਂ ਮੋਨਪਾ, ਮਿਜ਼ੀ, ਅਕਾ, ਡਿਗਰੂ, ਮਿਸੂਮੀ, ਉਹ ਤੋਂ ਬਾਅਦ ਈਚੋ, ਖਮਤਲੀ, ਡਾਗਮਾ, ਵਾਂਚੋ ਅਤੇ ਨਈਸੀ ਇਹਨਾਂ ਦੀਆਂ ਮੁੱਖ ਭਾਸ਼ਾਵਾਂ ਹਨ। ਅੱਗੇ ਅਸਾਮ ਹੈ। ਅਸਾਮ ਜਿਹੜਾ ਹੈਗਾ ਇਸ ਦੀ ਰਾਜਧਾਨੀ ਦਿਸਪੁਰ ਹੈ ਅਤੇ ਇੱਥੇ ਅਸਮੀ ਅਤੇ ਬੋਡੋ ਬੋਲੀ ਜਾਂਦੀ ਹੈ। ਅੱਗੇ ਬਿਹਾਰ ਆ ਗਿਆ। ਬਿਹਾਰ ਦੀ ਰਾਜਧਾਨੀ ਜਿਹੜੀ ਹੈਗੀ ਉਹ ਪਟਨਾ ਹੈ। ਇਹਦਾ ਖੇਤਰਫਲ ਜਿਹੜਾ ਹੈਗਾ ਅਗਰ ਵਰਗ ਕਿਲੋਮੀਟਰ ਦੇਖੀਏ ਤਾਂ 94,163 ਕਿਲੋਮੀਟਰ ਹੈ। ਇੱਥੇ ਹਿੰਦੀ ਅਤੇ ਉਰਦੂ ਭਾਸ਼ਾ ਬੋਲੀਆਂ ਜਾਂਦੀਆਂ ਨੇ। ਅੱਗੇ ਛੱਤੀਸਗੜ੍ਹ ਆ ਗਿਆ। ਇਸ ਦੀ ਰਾਜਧਾਨੀ ਰਾਏਪੁਰ ਹੈ। ਅੱਗੇ ਗੋਆ, ਇਸ ਦੀ ਰਾਜਧਾਨੀ ਪਣਜੀ। ਇੱਥੇ ਭਾਸ਼ਾਵਾਂ ਜਿਹੜੀਆਂ ਹੈਗੀਆਂ ਕੋਂਕਣੀ ਅਤੇ ਮਰਾਠੀ ਬੋਲੀ ਜਾਂਦੀ ਹੈ। ਗੁਜਰਾਤ ਆ ਗਿਆ। ਇਹਦੀ ਰਾਜਧਾਨੀ ਗਾਂਧੀਨਗਰ ਹੈ ਅਤੇ ਗੁਜਰਾਤੀ ਬੋਲੀ ਜਾਂਦੀ ਹੈ ਇੱਥੇ। ਹਰਿਆਣਾ ਆ ਗਿਆ। ਇਸ ਦੀ ਰਾਜਧਾਨੀ ਹਰਿਆਣੇ ਅਤੇ ਪੰਜਾਬ ਦੀ ਚੰਡੀਗੜ੍ਹ ਹੈ, ਆਪਾਂ ਪਹਿਲਾਂ ਹੀ ਪੜ੍ਹਿਆ। ਅਤੇ ਇੱਥੇ ਹਿੰਦੀ, ਪੰਜਾਬੀ ਅਤੇ ਹਰਿਆਣਵੀ ਬੋਲੀਆਂ ਜਾਂਦੀਆਂ ਹਨ। ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਹੈ। ਇੱਥੇ ਹਿੰਦੀ ਅਤੇ ਪਹਾੜੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜੰਮੂ ਅਤੇ ਕਸ਼ਮੀਰ ਨੂੰ ਹੁਣ ਅਲੱਗ-ਅਲੱਗ ਜਿਹੜਾ ਹੈਗਾ ਇਹਨਾਂ ਦੀ ਪਰ ਰਾਜਧਾਨੀ ਸ਼੍ਰੀਨਗਰ ਹੈ। ਅਤੇ ਉਰਦੂ, ਕਸ਼ਮੀਰੀ, ਬਾਲਤੀ, ਡੋਗਰੀ, ਗੁਜਰੀ, ਦਾਦਰੀ ਅਤੇ ਪੰਜਾਬੀ ਬੋਲੇ ਜਾਂਦੇ ਨੇ। ਅੱਗੇ ਝਾਰਖੰਡ ਆ ਗਿਆ। ਇਹਦੀ ਰਾਜਧਾਨੀ ਰਾਂਚੀ ਹੈ। ਕਰਨਾਟਕ ਆ ਗਿਆ, ਬੈਂਗਲੁਰੂ ਹੈ। ਕੇਰਲ, ਥਿਰੂਵਨੰਤਪੁਰਮ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਹੈ।
ਇੱਥੇ ਹਿੰਦੀ ਜ਼ਿਆਦਾ ਬੋਲੀ ਜਾਂਦੀ ਹੈ। ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਹੈ, ਮਰਾਠੀ ਬੋਲੀ ਜਾਂਦੀ ਹੈ। ਮਨੀਪੁਰ ਦੀ ਰਾਜਧਾਨੀ ਇੰਫਾਲ, ਇੱਥੇ ਮਨੀਪੁਰੀ ਅਤੇ ਅੰਗਰੇਜ਼ੀ ਬੋਲੀ ਜਾਂਦੀ ਹੈ। ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ, ਸ਼ਿਲੌਂਗ ਦੇ ਵਿੱਚ ਖਾਸੀ ਗਾਰੋ ਅਤੇ ਅੰਗਰੇਜ਼ੀ ਇਹਨਾਂ ਦੀਆਂ ਭਾਸ਼ਾਵਾਂ ਹਨ। ਮਿਜ਼ੋਰਮ ਦੀ ਰਾਜਧਾਨੀ ਆਈਜ਼ੋਲ, ਇੱਥੇ ਮੀਜ਼ੋ ਅਤੇ ਅੰਗਰੇਜ਼ੀ ਬੋਲੀ ਜਾਂਦੀ ਹੈ। ਅੱਗੇ ਨਾਗਾਲੈਂਡ, ਇਹਦੀ ਰਾਜਧਾਨੀ ਕੋਹਿਮਾ। ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ। ਪੰਜਾਬ ਆ ਗਿਆ, ਇਹਦੀ ਰਾਜਧਾਨੀ ਚੰਡੀਗੜ੍ਹ। ਰਾਜਸਥਾਨ ਦੀ ਰਾਜਧਾਨੀ ਜੈਪੁਰ। ਸਿੱਕਿਮ ਜਿਹੜਾ ਹੈਗਾ ਇਹਦੀ ਰਾਜਧਾਨੀ ਗੰਗਟੋਕ। ਤਾਮਿਲਨਾਡੂ ਦੀ ਚੇਨਈ। ਤੇਲੰਗਾਨਾ ਦੀ ਹੈਦਰਾਬਾਦ। ਤ੍ਰਿਪੁਰਾ ਦੀ ਅਗਰਤਲਾ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ। ਉੱਤਰਾਖੰਡ ਦੀ ਦੇਹਰਾਦੂਨ। ਪੱਛਮੀ ਬੰਗਾਲ ਦੀ ਜਾਂ ਬੰਗਲਾ ਜਿਹੜਾ ਹੈਗਾ ਇਹਦੀ ਕੋਲਕਾਤਾ ਹੈਗੀ ਹੈ। ਤਾਂ ਅਸੀਂ ਅੱਗੇ ਗੱਲ ਕਰਾਂਗੇ ਕਿ ਰਾਜ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਜਿਹੜੇ ਹੈਗੇ ਆ ਉਹ ਸਾਡੇ ਕੋਲ ਅਸੀਂ ਸਕਰੀਨ 'ਤੇ ਤੁਸੀਂ ਦੇਖ ਸਕਦੇ ਹੋ। ਉੜੀਸਾ, ਪੰਜਾਬ, ਰਾਜਸਥਾਨ, ਸਿੱਕਮ, ਤਾਮਿਲਨਾਡੂ, ਤੇਲੰਗਾਨਾ, ਤ੍ਰਿਪੁਰਾ, ਉੱਤਰ ਪ੍ਰਦੇਸ਼, ਉੱਤਰਾਖੰਡ, ਪੱਛਮੀ ਬੰਗਾਲ ਜਿਹਨੂੰ ਬੰਗਲਾ ਕਿਹਾ ਜਾਂਦਾ। ਤਾਂ ਅੱਗੇ ਅਸੀਂ ਜਿਹੜੀ ਹੈਗੀ ਆ ਉਹ ਗੱਲ ਕਰਾਂਗੇ ਅਭਿਆਸ ਦੀ। ਤਾਂ ਇਸ ਪਾਠ ਦੇ ਵਿੱਚ ਅਸੀਂ ਜਿੰਨੀਆਂ ਚੀਜ਼ਾਂ ਪੜ੍ਹੀਆਂ ਨਾ ਇੱਥੇ ਇਹਨਾਂ ਦੀ ਦੁਹਰਾਈ ਜਿਹੜੀ ਹੈਗੀ ਆ ਉਹ ਕਰਾਂਗੇ। ਜਿਵੇਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 1-2 ਸ਼ਬਦਾਂ ਦੇ ਵਿੱਚ ਜਾਂ ਇੱਕ ਵਾਕ ਦੇ ਵਿੱਚ ਦੇਣੇ ਆ। ਸਭ ਤੋਂ ਪਹਿਲਾ ਪ੍ਰਸ਼ਨ ਹੈ, ਖੇਤਰਫਲ ਦੇ ਪੱਖੋਂ ਸੰਸਾਰ ਵਿੱਚ ਤੀਸਰੇ ਸਥਾਨ 'ਤੇ ਕਿਹੜਾ ਦੇਸ਼ ਹੈ? ਤਾਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ 'ਤੇ ਜਿਹੜਾ ਕਿ ਅਸੀਂ ਟੇਬਲ ਪਹਿਲਾਂ ਦੇਖਿਆ ਸੀਗਾ ਕਿ ਖੇਤਰਫਲ ਦੇ ਆਧਾਰ 'ਤੇ ਤੀਜੇ ਸਥਾਨ 'ਤੇ ਜਿਹੜਾ ਹੈਗਾ ਖੇਤਰਫਲ ਦੇਖੀਏ ਤਾਂ ਚੀਨ ਆਉਂਦਾ ਏ। ਤਾਂ ਅੱਗੇ ਅਸੀਂ ਅਗਲਾ ਪ੍ਰਸ਼ਨ ਹੈ ਸਾਡੇ ਕੋਲ, ਉਹ ਦੇਸ਼ ਕਿਹੜਾ ਹੈ ਜੋ ਖੇਤਰਫਲ ਅਤੇ ਆਬਾਦੀ ਦੋਹਾਂ ਪੱਖੋਂ ਤੋਂ 5ਵਾਂ ਸਥਾਨ ਰੱਖਦਾ ਹੈ? ਉਹ ਕਿਹੜਾ ਦੇਸ਼ ਹੈ ਜਿਹੜਾ ਕਿ ਖੇਤਰਫਲ ਅਤੇ ਆਬਾਦੀ ਦੋਹਾਂ ਪੱਖੋਂ ਜਿਹੜਾ ਹੈਗਾ ਉਹ 5ਵਾਂ ਸਥਾਨ ਰੱਖਦਾ ਹੈ? ਤਾਂ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬ੍ਰਾਜ਼ੀਲ ਜਿਹੜਾ ਹੈਗਾ ਖੇਤਰਫਲ ਅਤੇ ਆਬਾਦੀ ਦੇ ਹਿਸਾਬ ਨਾਲ 5ਵਾਂ ਸਥਾਨ ਰੱਖਦਾ ਹੈ। ਅੱਗੇ ਸਾਡੇ ਕੋਲ ਮੋਸਟ ਪਾਪੂਲੇਟਡ ਕੰਟਰੀਜ਼ ਇਨ ਦ ਵਰਲਡ, ਜਨਸੰਖਿਆ ਪੱਖੋਂ 10 ਵੱਡੇ ਦੇਸ਼ ਜਿਹੜੇ ਹੈਗੇ ਉਹਦੇ ਤੁਸੀਂ ਦੇਖ ਸਕਦੇ ਹੋ ਕਿ ਜਨਸੰਖਿਆ ਪੱਖੋਂ ਸਭ ਤੋਂ ਵੱਡਾ ਦੇਸ਼ ਜਿਹੜਾ ਹੈਗਾ ਉਹ ਚਾਈਨਾ ਹੈ। ਚਾਈਨਾ ਦੀ ਪਾਪੂਲੇਸ਼ਨ ਵੱਧ ਹੈ। ਫਿਰ ਅੱਗੇ ਇੰਡੀਆ ਆ ਗਿਆ, ਦੈਨ ਯੂਨਾਈਟਿਡ ਸਟੇਟਸ ਆ ਗਿਆ। ਤਾਂ ਐਵੇਂ ਅਸੀਂ ਮਤਲਬ ਚੀਨ ਔਰ ਭਾਰਤ ਜਿਹੜੇ ਹੈਗੇ ਮੋਸਟ ਪਾਪੂਲੇਟਡ ਕੰਟਰੀਜ਼ ਹੈਗੇ। 10 ਮੋਸਟ ਪਾਪੂਲੇਟਡ ਕੰਟਰੀਜ਼ ਇਨ ਦ ਵਰਲਡ ਯੂ ਕੈਨ ਸੀ ਔਨ ਦ ਸਕਰੀਨ। ਅਤੇ ਅੱਗੇ ਅਸੀਂ ਅਗਲਾ ਜਿਹੜਾ ਹੈਗਾ ਸਾਡੇ ਕੋਲ ਆ ਗਿਆ ਪ੍ਰਸ਼ਨ, ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ? ਸਾਡੇ ਕੋਲ ਆਪਸ਼ਨਸ ਹੈਗੇ, MCQ ਹੈਗਾ। ਪਹਿਲਾ ਹੈਗਾ ਮਨੀਪੁਰ, ਦੂਜਾ ਹੈਗਾ ਗੁਜਰਾਤ, ਤੀਜਾ ਹੈਗਾ ਮਹਾਰਾਸ਼ਟਰ, ਚੌਥਾ ਹੈਗਾ ਨਾਗਾਲੈਂਡ। ਤਾਂ ਸੌਰਾਸ਼ਟਰ ਜਿਹੜਾ ਹੈਗਾ ਉਹ ਗੁਜਰਾਤ ਦਾ ਭਾਗ ਹੈ। ਤਾਂ ਇਹ ਸੌਰਾਸ਼ਟਰ ਗੁਜਰਾਤ ਦਾ ਭਾਗ ਹੈ। ਅੱਗੇ ਆ ਗਿਆ, ਕਿਹੜਾ ਸ਼ਹਿਰ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ? ਤਾਂ 4 ਆਪਸ਼ਨ ਸੀਗੀਆਂ ਸਾਡੇ ਕੋਲ, ਰਾਏਪੁਰ, ਅਹਿਮਦਾਬਾਦ, ਰਾਂਚੀ, ਪਣਜੀ। ਤਾਂ ਅਹਿਮਦਾਬਾਦ ਜਿਹੜਾ ਹੈਗਾ ਇਹ ਕਿਸੇ ਰਾਜ ਦੀ ਰਾਜਧਾਨੀ ਨਹੀਂ ਹੈ। ਅੱਗੇ ਸਾਡੇ ਕੋਲ ਸਕਰੀਨ 'ਤੇ ਕੁਐਸਚਨ ਹੈਗਾ, ਭਾਰਤ ਦਾ ਕਿਹੜਾ ਵਿਤਕਾਰੀ ਅਕਸ਼ਾਂਸ਼ੀ ਪਸਾਰ ਜਿਹੜਾ ਹੈਗਾ ਸਹੀ ਹੈ? ਆਪਸ਼ਨ A 1, ਆਪਸ਼ਨ 2, ਆਪਸ਼ਨ 3, ਆਪਸ਼ਨ 4। ਤਾਂ ਸਾਡੇ ਕੋਲ ਆਪਸ਼ਨ 1 ਜਿਹੜੀ ਹੈਗੀ ਹੈ ਅਸੀਂ ਪੜ੍ਹਿਆ ਸੀਗਾ ਕਿ 8 ਡਿਗਰੀ 4 ਮਿੰਟ ਤੇ ਤੋਂ 37 ਡਿਗਰੀ 6 ਮਿੰਟ ਉੱਤਰ ਜਿਹੜਾ ਹੈਗਾ ਇਹ ਸਹੀ ਹੈ। ਭਾਰਤ ਦਾ ਸਰਕਾਰੀ ਜਾਂ ਸੰਵਿਧਾਨਿਕ ਨਾਂ ਜਿਹੜਾ ਹੈਗਾ ਉਹਦਾ ਉੱਤਰ ਹੈ ਭਾਰਤ ਗਣਰਾਜ, ਦ ਰਿਪਬਲਿਕ ਆਫ ਇੰਡੀਆ। ਤਾਂ ਹੇਠ ਲਿਖੇ ਪ੍ਰਸ਼ਨਾਂ ਦਾ ਅੱਗੇ ਸੰਖੇਪ ਉੱਤਰ ਜਿਹੜੇ ਹੈਗੇ ਆ ਉਹ ਤੁਸੀਂ ਦੇਣੇ ਆ। ਤਾਂ ਪ੍ਰਸ਼ਨ ਤੁਹਾਡੀ ਸਕਰੀਨ 'ਤੇ ਆ ਰਿਹਾ ਹੈ, ਭਾਰਤ ਦੇ ਉੱਤਰੀ, ਦੱਖਣੀ, ਪੂਰਬੀ ਅਤੇ ਪੱਛਮੀ ਸਿਰਿਆਂ ਦੇ ਨਾਂ ਲਿਖੋ। ਤਾਂ ਇਸ ਦੇ ਵਿੱਚ ਭਾਰਤ ਦਾ ਖੇਤਰੀ ਵਿਸਥਾਰ ਉੱਤਰ ਵਿੱਚ ਵਫਦਾਰ, ਅਸੀਂ ਪੜ੍ਹਿਆ ਸੀਗਾ ਕਿ ਦਫਦਾਰ ਤੋਂ ਲੈ ਕੇ ਦੱਖਣ ਵਿੱਚ ਕੇਪ ਕੋਮੋਰਿਨ, ਕੰਨਿਆ ਕੁਮਾਰੀ ਤੱਕ ਜਿਹੜਾ ਸੀਗਾ 3214 ਕਿਲੋਮੀਟਰ ਹੈ। ਭਾਰਤੀ ਗਣਤੰਤਰ ਦੀ ਸਭ ਤੋਂ ਦੱਖਣੀ ਸਿਰਾ ਜਿਹੜਾ ਹੈਗਾ ਨਿਕੋਬਾਰ ਦੀਪ, ਹਿੰਦ ਮਹਾਸਾਗਰ ਵਿੱਚ ਇੰਦਰਾ ਪੁਆਇੰਟ ਹੈ। ਭਾਰਤ ਦਾ ਪੂਰਬ ਤੋਂ ਪੱਛਮ ਤੱਕ ਵਿਸਥਾਰ ਜਿਹੜਾ ਹੈਗਾ ਉਹ ਕਿਬੀਥੂ, ਅਰੁਣਾਚਲ ਪ੍ਰਦੇਸ਼ ਤੋਂ ਲੈ ਕੇ ਗੁਜਰਾਤ ਵਿੱਚ ਗੁਹਾਰਮੋਤੀ ਜਿਹੜਾ ਕੱਛ ਦਾ ਇਲਾਕਾ ਹੈ ਉੱਥੇ ਤੱਕ ਹੈਗਾ ਜਿਹੜਾ 2933 ਕਿਲੋਮੀਟਰ ਹੈ। ਅਗਲਾ ਜਿਹੜਾ ਪ੍ਰਸ਼ਨ ਹੈਗਾ, ਭਾਰਤ ਦੀ ਮੁੱਖ ਦੇਸ਼ਾਂਤਰ ਰੇਖਾ ਬਾਰੇ ਇੱਕ ਨੋਟ ਲਿਖਣਾ ਹੈ ਤੁਸੀਂ। ਤਾਂ ਇਹ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਇਹਦਾ ਉੱਤਰ। ਤੁਸੀਂ ਭਾਰਤ ਦੇ ਮਾਨਕ ਸਮੇਂ ਜਿਹੜਾ ਇੰਡੀਅਨ ਸਟੈਂਡਰਡ ਟਾਈਮ ਸੀਗਾ ਉਹਦੇ ਬਾਰੇ ਆਪਾਂ ਗੱਲ ਕੀਤੀ ਸੀ, ਜ਼ਰੂਰ ਸੁਣਿਆ ਹੋਵੇਗਾ। ਭਾਰਤ ਦਾ ਮਾਨਕ ਸਮਾਂ ਜਿਹੜਾ ਇੰਡੀਅਨ ਸਟੈਂਡਰਡ ਟਾਈਮ ਹੈ ਉਹ 82 ਡਿਗਰੀ 30 ਮਿੰਟ ਪੂਰਬ ਜਿਹੜਾ ਹੈਗਾ ਸਟੈਂਡਰਡ ਮੈਰੀਡੀਅਨ ਤੋਂ ਮਿਥਿਆ ਜਾਂਦਾ ਹੈ। ਇਹ ਲਮਕਾਰ ਦੇਸ਼ਾਂਤਰ ਉੱਤਰ ਪ੍ਰਦੇਸ਼ ਵਿੱਚ ਇਲਾਹਾਬਾਦ ਦੇ ਸਥਾਨ ਤੋਂ ਲੰਘਦਾ ਹੈ ਮੰਨਿਆ ਜਾਂਦਾ ਹੈ। ਇਸ ਲਈ ਭਾਰਤ ਦਾ ਮਿਆਰੀ ਸਮਾਂ ਜਿਹੜਾ ਹੈਗਾ 0 ਡਿਗਰੀ ਦੇਸ਼ਾਂਤਰ ਰੇਖਾ ਪ੍ਰਾਈਮ ਮੈਰੀਡੀਅਨ ਜੋ ਕਿ ਇੰਗਲੈਂਡ ਦੇ ਗ੍ਰੀਨ ਵਿੱਚੋਂ ਸਥਾਨ ਤੋਂ ਲੰਘਦੀ ਹੈ ਤੋਂ 5 ਘੰਟੇ 30 ਮਿੰਟ ਅੱਗੇ ਹੈ। ਤਾਂ ਭਾਰਤ ਦੀ ਮੁੱਖ ਦੇਸ਼ਾਂਤਰ ਰੇਖਾ ਉੱਤਰ ਪ੍ਰਦੇਸ਼ ਵਿੱਚੋਂ ਇਲਾਹਾਬਾਦ ਦੇ ਸਥਾਨ ਤੋਂ ਲੰਘਿਆ ਮੰਨਿਆ ਜਾਂਦਾ ਹੈ। ਇਸ ਦੇਸ਼ਾਂਤਰ ਦਾ ਸਮਾਂ ਭਾਰਤੀ ਸਟੈਂਡਰਡ ਟਾਈਮ ਮੰਨਿਆ ਗਿਆ ਹੈ। ਅੱਗੇ ਸਾਡੇ ਕੋਲ ਹੈਗਾ ਅਰੁਣਾਚਲ ਪ੍ਰਦੇਸ਼ ਅਤੇ ਸੌਰਾਸ਼ਟਰ ਗੁਜਰਾਤ ਜਿਹੜਾ ਸੀਗਾ
ਦੇ ਸਮੇਂ ਅਰੁਣਾਚਲ ਪ੍ਰਦੇਸ਼ ਤੇ ਸੌਰਾਸ਼ਟਰ ਜਿਹੜਾ ਗੁਜਰਾਤ ਦੇ ਸਮੇਂ ਵਿੱਚ 2 ਘੰਟੇ ਦਾ ਅੰਤਰ ਕਿਉਂ ਹੈ? ਅਸੀਂ ਪੜ੍ਹਿਆ ਸੀਗਾ ਕਿ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦੀ ਲੰਬਾਈ ਜਿਹੜੀ ਹੈਗੀ 2933 ਕਿਲੋਮੀਟਰ ਹੈ। ਮਤਲਬ ਗੁਜਰਾਤ ਤੋਂ ਅਰੁਣਾਚਲ ਪ੍ਰਦੇਸ਼ ਤੱਕ ਦੀ ਲੰਬਾਈ 2933 ਕਿਲੋਮੀਟਰ ਹੈ, ਜੋ ਕਿ ਬਹੁਤ ਜ਼ਿਆਦਾ ਹੈ। ਇਸ ਵਿੱਚ 30 ਦੇਸ਼ਾਂਤਰਾਂ ਦਾ ਫਰਕ ਹੈ। ਹਰੇਕ ਦੇਸ਼ਾਂਤਰ ਵਿੱਚ 4 ਮਿੰਟ ਦਾ ਫਰਕ ਹੈ। ਇਸ ਲਈ ਇਹ ਫਰਕ ਜਿਹੜਾ ਹੈਗਾ ਉਹ 2 ਘੰਟਿਆਂ ਦਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਜਦੋਂ ਅਰੁਣਾਚਲ ਵਿੱਚ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਗੁਜਰਾਤ ਵਿੱਚ ਰਾਤ ਦਾ ਆਖਰੀ ਪਹਿਰ ਚੱਲ ਰਿਹਾ ਹੁੰਦਾ ਹੈ। ਤਾਂ ਜੰਮੂ ਕਸ਼ਮੀਰ ਅਤੇ ਤੇਲੰਗਾਨਾ ਵਿੱਚ ਕਿਹੜੀਆਂ ਭਾਸ਼ਾਵਾਂ ਪ੍ਰਚਲਿਤ ਹਨ? ਤਾਂ ਜੰਮੂ ਕਸ਼ਮੀਰ ਵਿੱਚ ਉਰਦੂ ਅਤੇ ਕਸ਼ਮੀਰੀ ਅਤੇ ਤੇਲੰਗਾਨਾ ਵਿੱਚ ਤੇਲਗੂ ਅਤੇ ਉਰਦੂ ਭਾਸ਼ਾਵਾਂ ਪ੍ਰਚਲਿਤ ਹਨ। ਤਾਂ ਜੰਮੂ ਕਸ਼ਮੀਰ ਅਤੇ ਤੇਲੰਗਾਨਾ ਵਿੱਚ ਜਿਹੜੀਆਂ ਹੈਗੀਆਂ, ਜੰਮੂ ਕਸ਼ਮੀਰ 'ਚ ਉਰਦੂ ਅਤੇ ਕਸ਼ਮੀਰੀ ਅਤੇ ਤੇਲੰਗਾਨਾ ਵਿੱਚ ਤੇਲਗੂ ਅਤੇ ਉਰਦੂ ਭਾਸ਼ਾਵਾਂ ਪ੍ਰਚਲਿਤ ਹਨ। ਅੱਗੇ ਸਾਰਕ ਦੇਸ਼ਾਂ ਬਾਰੇ ਇੱਕ ਸੰਖੇਪ ਨੋਟ ਆ ਗਿਆ। ਤਾਂ ਸਾਰਕ ਦੇਸ਼ਾਂ ਬਾਰੇ ਸੰਖੇਪ ਨੋਟ ਲਿਖੋ। ਭਾਰਤ ਦੇ ਹਿੰਦ ਮਹਾਸਾਗਰ ਵਿੱਚ ਮਹੱਤਵਪੂਰਨ ਸਥਿਤੀ ਕਾਰਨ ਇਸ ਨੂੰ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਜਿਹੜਾ ਸੰਗਠਨ ਸਾਰਕ ਸਾਊਥ ਏਸ਼ੀਅਨ ਐਸੋਸੀਏਸ਼ਨ ਆਫ ਰੀਜਨਲ ਕੋਆਪਰੇਸ਼ਨ ਦੇ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ। ਤਾਂ ਇਹ ਸਾਰਕ ਦੇਸ਼ ਜਿਹੜੇ ਹੈਗੇ 8 ਏਸ਼ੀਆਈ ਦੇਸ਼ਾਂ ਦਾ ਸਮੂਹ ਹੈ। ਇਹ 8 ਦੇਸ਼ ਜਿਹੜੇ ਹੈਗੇ ਅਸੀਂ ਪੜ੍ਹਿਆ ਹੈ, ਅਫਗਾਨਿਸਤਾਨ, ਬੰਗਲਾਦੇਸ਼, ਭੂਟਾਨ, ਭਾਰਤ, ਮਾਲਦੀਵ, ਨੇਪਾਲ, ਪਾਕਿਸਤਾਨ ਅਤੇ ਸ਼੍ਰੀਲੰਕਾ ਹਨ। ਹੇਠ ਲਿਖੇ ਪ੍ਰਸ਼ਨਾਂ ਦੇ ਵਿਸਤ੍ਰਿਤ ਉੱਤਰ ਦੇਣੇ ਹੈ। ਭਾਰਤ ਦੇ ਕੌਮਾਂਤਰੀ ਵਪਾਰ ਬਾਰੇ ਵਿਸਥਾਰ ਨਾਲ ਲਿਖੋ। ਅਸੀਂ ਪੜ੍ਹਿਆ ਸੀਗਾ, ਉੱਤਰ ਹੈਗਾ ਇਹਦਾ ਭਾਰਤ ਦਾ ਅੰਤਰਰਾਸ਼ਟਰੀ ਵਪਾਰ। ਭਾਰਤ ਦੇ ਦੱਖਣੀ ਪ੍ਰਾਇਦੀਪੀ ਪਠਾਰ ਦੇ 3 ਪਾਸੇ ਸਮੁੰਦਰ ਹੋਣ ਕਾਰਨ ਭਾਰਤ ਦਾ 96% ਭਾਗ ਵਪਾਰ ਜਿਹੜਾ ਹੈਗਾ 96% ਵਪਾਰ ਸਮੁੰਦਰ ਦੇ ਰਸਤੇ ਹੁੰਦਾ ਹੈ। ਭਾਰਤ ਦੇ ਵਪਾਰਕ ਸੰਬੰਧ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਰਪੀ, ਏਸ਼ੀਆਈ, ਅਫਰੀਕੀ ਅਤੇ ਦੱਖਣ ਪੂਰਬੀ ਏਸ਼ੀਆ ਦੇ ਲਗਭਗ ਸਾਰੇ ਦੇਸ਼ਾਂ ਨਾਲ ਹਨ। ਸੁਏਜ਼ ਕੈਨਾਲ ਦੇ ਖੁੱਲ੍ਹਣ ਨਾਲ ਭਾਰਤ ਦੇ ਯੂਰਪ ਅਤੇ ਅਮਰੀਕੀ ਦੇਸ਼ਾਂ ਨਾਲ ਵੀ ਵਪਾਰਕ ਸੰਬੰਧ ਜਿਹੜੇ ਹੈਗੇ ਉਹ ਹੋਰ ਵੀ ਡੂੰਘੇ ਹੋ ਗਏ। ਤਾਂ ਭਾਰਤ ਦੇ ਕੌਮਾਂਤਰੀ ਵਪਾਰ ਬਾਰੇ ਜਿਹੜਾ ਵਿਸਥਾਰ ਹੈ ਉਹਦੇ ਵਿੱਚ ਭਾਰਤ ਜਿਹੜਾ ਹੈਗਾ ਉਸ ਦੇ ਵਪਾਰਕ ਸੰਬੰਧ ਜਿਹੜੇ ਹੈਗੇ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਯੂਰਪੀ, ਏਸ਼ੀਆਈ, ਅਫਰੀਕੀ ਅਤੇ ਦੱਖਣੀ ਪੂਰਬੀ ਏਸ਼ੀਆ ਦੇ ਲਗਭਗ ਸਾਰੇ ਦੇਸ਼ਾਂ ਨਾਲ, ਔਰ ਸੁਏਜ਼ ਕੈਨਾਲ ਦੇ ਖੁੱਲ੍ਹਣ ਨਾਲ ਭਾਰਤ ਦੇ ਯੂਰਪ ਅਤੇ ਅਮਰੀਕੀ ਦੇਸ਼ਾਂ ਨਾਲ ਵਪਾਰਕ ਸੰਬੰਧ ਹੋਰ ਵੀ ਡੂੰਘੇ ਹੋ ਗਏ। ਭਾਰਤ ਦੀ ਮੁੱਖ ਦੇਸ਼ਾਂਤਰ ਰੇਖਾ ਬਾਰੇ ਇੱਕ ਨੋਟ ਲਿਖੋ। ਇਸ ਦਾ ਉੱਤਰ ਹੈਗਾ ਕਿ ਤੁਸੀਂ ਭਾਰਤ ਦੇ ਮਾਨਕ ਸਮਾਂ ਸਟੈਂਡਰਡ ਇੰਡੀਅਨ ਸਟੈਂਡਰਡ ਟਾਈਮ ਬਾਰੇ ਤਾਂ ਸੁਣਿਆ ਸੀ। ਤਾਂ ਭਾਰਤ ਦਾ ਮਾਨਕ ਸਮਾਂ ਜਿਹੜਾ ਹੈਗਾ ਉਹ 82 ਡਿਗਰੀ 30 ਮਿੰਟ ਪੂਰਬ ਤੋਂ ਮਿਥਿਆ ਜਾਂਦਾ ਹੈ। ਇਹ ਲਮਕਾਰ ਜਾਂ ਦੇਸ਼ਾਂਤਰ ਲਾ ਲਓ ਉੱਤਰ ਪ੍ਰਦੇਸ਼ ਵਿੱਚ ਇਲਾਹਾਬਾਦ ਦੇ ਸਥਾਨ ਤੋਂ ਲੰਘਦਾ ਮੰਨਿਆ ਜਾਂਦਾ ਹੈ। ਇਸ ਲਈ ਭਾਰਤ ਦਾ ਮਿਆਰੀ ਸਮਾਂ 0 ਡਿਗਰੀ ਦੇਸ਼ਾਂਤਰ ਪ੍ਰਾਈਮ ਮੈਰੀਡੀਅਨ ਜੋ ਕਿ ਇੰਗਲੈਂਡ ਦੇ ਗ੍ਰੀਨਵਿਚੋਂ ਨਾਮਕ ਸਥਾਨ ਤੋਂ ਲੰਘਦੀ ਹੈ, ਇਸ ਤੋਂ 5 ਘੰਟੇ 30 ਮਿੰਟ ਅੱਗੇ ਹੈ। ਭਾਰਤ ਦੀ ਰਾਜਨੀਤਿਕ ਵੰਡ 'ਤੇ ਨੋਟ ਲਿਖੋ ਅਤੇ ਖੇਤਰਫਲ ਪੱਖੋਂ ਸਭ ਤੋਂ ਵੱਡੇ ਅਤੇ ਛੋਟੇ ਰਾਜਾਂ ਦੀ ਵਿਆਖਿਆ ਕਰੋ। ਤਾਂ ਰਾਜਨੀਤਿਕ ਵੰਡ ਦੀ ਅਸੀਂ ਜਦੋਂ ਗੱਲ ਕਰਦੇ ਹਾਂ ਤਾਂ ਉੱਤਰ ਵਿੱਚ ਕਹਿੰਦੇ ਹਾਂ ਕਿ ਪਹਿਲਾਂ ਭਾਰਤ ਵਿੱਚ 29 ਰਾਜ ਅਤੇ 7 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਿਆ ਹੋਇਆ ਸੀ, ਪਰ ਹੁਣ ਭਾਰਤ ਦੀ ਰਾਜਨੀਤਿਕ ਵੰਡ ਇਸ ਪ੍ਰਕਾਰ ਹੈ। ਭਾਰਤ ਵਿੱਚ 28 ਰਾਜ ਹਨ, ਭਾਰਤ ਵਿੱਚ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇਹ ਨੋਟ ਦੇ ਵਿੱਚ ਹੈਗਾ ਕਿ ਜੰਮੂ ਕਸ਼ਮੀਰ ਤੋਂ ਰਾਜ ਦਾ ਦਰਜਾ ਵਾਪਸ ਲੈ ਲਿਆ ਗਿਆ ਹੈ ਅਤੇ ਉੱਥੋਂ ਦੇ ਹੁਣ 2 ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਲੱਦਾਖ ਬਣਾਏ ਗਏ ਹਨ। ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜ ਜਿਹੜਾ ਹੈਗਾ ਰਾਜਸਥਾਨ ਹੈ। ਖੇਤਰਫਲ ਪੱਖੋਂ ਸਭ ਤੋਂ ਵੱਡਾ ਰਾਜਸਥਾਨ ਹੈ ਰਾਜ ਜਿਹੜਾ ਹੈਗਾ, ਅਤੇ ਸਭ ਤੋਂ ਛੋਟਾ ਰਾਜ ਗੋਆ ਹੈ। ਅੱਗੇ ਵਰਕਬੁੱਕ ਦੇ ਕੁਐਸਚਨਸ ਆ ਗਏ। ਤਾਂ 9th ਦੀ ਵਰਕਬੁੱਕ ਦੇ ਵਿੱਚ ਕੁਐਸਚਨ ਹੈਗੇ ਬਹੁ ਵਿਕਲਪੀ। ਆਬਾਦੀ ਪੱਖੋਂ ਭਾਰਤ ਦਾ ਸੰਸਾਰ ਵਿੱਚ ਸਥਾਨ ਹੈ। ਆਪਸ਼ਨ ਊੜਾ ਹੈਗਾ ਪਹਿਲਾ, ਆੜਾ ਦੂਜਾ, ਈੜੀ ਤੀਜਾ, ਸੱਸਾ ਚੌਥਾ। ਤਾਂ ਇਹ ਬੇਟਾ ਤੁਸੀਂ ਨੋਟ ਕਰ ਲਓ। ਇਹ ਪ੍ਰਸ਼ਨ ਜਿਹੜਾ ਹੈਗਾ ਇਸ ਦਾ ਉੱਤਰ ਟਿਕ ਕਰਨਾ ਹੈ। ਆਬਾਦੀ ਪੱਖੋਂ ਭਾਰਤ ਦਾ ਸੰਸਾਰ ਵਿੱਚ ਸਥਾਨ ਪਹਿਲਾ, ਦੂਜਾ, ਤੀਜਾ ਜਾਂ ਚੌਥਾ ਹੈ। ਇਹਦਾ ਤੁਸੀਂ ਉੱਤਰ ਨੋਟ ਕਰਨਾ ਹੈ ਕਾਪੀ 'ਤੇ। ਅੱਗੇ ਸਾਡੇ ਕੋਲ ਸਵਾਲ ਹੈਗਾ ਸੰਸਾਰ ਦਾ ਖੇਤਰਫਲ ਪੱਖੋਂ 7ਵੇਂ ਨੰਬਰ ਦਾ ਦੇਸ਼ ਕਿਹੜਾ ਹੈ? ਸੰਸਾਰ ਦਾ ਖੇਤਰਫਲ ਪੱਖੋਂ 7ਵੇਂ ਨੰਬਰ ਦਾ ਦੇਸ਼ ਹੈ ਊੜਾ ਚੀਨ, ਆੜਾ ਰੂਸ, ਈੜੀ ਕੈਨੇਡਾ, ਸੱਸਾ ਭਾਰਤ। ਤਾਂ ਤੁਸੀਂ ਇਹਦਾ ਉੱਤਰ ਨੋਟ ਕਰਨਾ ਹੈ ਬਹੁ ਵਿਕਲਪ ਦੇ ਵਿੱਚ ਊੜਾ, ਆੜਾ, ਈੜੀ ਜਾਂ ਸੱਸਾ। ਅਗਲਾ ਪ੍ਰਸ਼ਨ ਹੈਗਾ ਭਾਰਤ ਦਾ ਉੱਤਰ ਤੋਂ ਦੱਖਣ ਵੱਲ ਪਸਾਰ 3214 ਕਿਲੋਮੀਟਰ, ਆੜਾ 2933 ਕਿਲੋਮੀਟਰ, ਈੜੀ 3124 ਕਿਲੋਮੀਟਰ, ਸੱਸਾ 3329 ਕਿਲੋਮੀਟਰ। ਤਾਂ ਇਸ ਦਾ ਉੱਤਰ ਵੀ ਤੁਸੀਂ ਨੋਟ ਕਰਨਾ ਹੈ। ਇਹ ਹੋਮ ਅਸਾਈਨਮੈਂਟ ਹੈ। ਭਾਰਤ ਦਾ ਉੱਤਰ ਤੋਂ ਦੱਖਣ ਵੱਲ ਪਸਾਰ ਕਿੰਨਾ ਹੈ? ਤਾਂ ਭਾਰਤ ਦੇ ਮੁੱਖ ਦੇਸ਼ਾਂਤਰੀ ਰੇਖਾ ਬਾਰੇ ਇੱਕ ਨੋਟ ਲਿਖੋ। ਅਗਲਾ ਪ੍ਰਸ਼ਨ ਹੈਗਾ ਤਾਂ ਇਸ ਦਾ ਉੱਤਰ ਹੈ ਕਿ ਤੁਸੀਂ ਭਾਰਤ ਦੇ ਮਾਨਕ ਸਮੇਂ ਦਾ ਜਿਹੜਾ ਸਟੈਂਡਰਡ ਟਾਈਮ ਬਾਰੇ ਜ਼ਰੂਰ ਸੁਣਿਆ ਹੋਊਗਾ। ਭਾਰਤ ਦਾ ਮਾਨਕ ਸਮਾਂ ਇੰਡੀਅਨ ਸਟੈਂਡਰਡ ਟਾਈਮ ਜਿਹੜਾ ਹੈਗਾ 82 ਡਿਗਰੀ 30 ਮਿੰਟ ਪੂਰਬ ਵੱਲ ਹੈ। ਇਹ ਤੋਂ ਮਿਥਿਆ ਜਾਂਦਾ ਹੈ ਅਤੇ ਲਮਕਾਰ ਜਿਹਨੂੰ ਦੇਸ਼ਾਂਤਰ ਉੱਤਰ ਪ੍ਰਦੇਸ਼ ਵਿੱਚ ਇਲਾਹਾਬਾਦ ਦੇ ਸਥਾਨ ਤੋਂ ਹੋ ਕੇ ਲੰਘਦਾ ਮੰਨਿਆ ਜਾਂਦਾ ਹੈ।
इस लिए भारत का म्यारी समा 0 डिग्री देशांतर रेखा प्राइम मेरिडियन जिहड़ा हैगा जो कि इंग्लैंड के ग्रीनविचों की लंघदी है तो 5 घंटे 30 मिनट अगे है। ये रिपीट होई जा रहा है। प्रश्न भारत के मुख देशांतर रेखा बारे नोट लिखो। अगे साडे कोल भारत के लगभग मध्य विचों निकलण वाली कल्पित रेखा है। भारत के लगभग मध्य विचों निकलण वाली कल्पित रेखा है ऊड़ा भूमध रेखा, आड़ा मकर रेखा, ईड़ी कर्क रेखा, सस्सा इन्हां विचों कोई नहीं। तो यदा उत्तर तुसीं होम असाइनमेंट के तौर पर लिखना है। अगे प्रश्न हैगा 5 तुहाडी स्क्रीन ते। भारत का मानक समा इंडियन स्टैंडर्ड टाइम मिथ्या जाता है 82 डिग्री 30 मिनट पूरब, 82 डिग्री 30 मिनट पच्छम, ईड़ी 82 डिग्री 30 मिनट उत्तर, सस्सा 82 डिग्री 30 मिनट दखन। तो इसका उत्तर भी तुसीं देना है। अगे खाली थावां आ गई साडे कोल। सब तो पहला खाली स्थान भरन लई हैगा स्टेटमेंट हैगी है खेत्रफल अते आबादी दोहां पक्षों संसार का 5वें नंबर का देश असीं पढ़िया सीगा डैश है। मैं दोबारा बोल रहा खेत्रफल अते आबादी दोहां पक्षों संसार का 5वें नंबर का देश डैश है। दूजा खाली स्थान भरना है सौराष्ट्र डैश राज का हिस्सा है। सौराष्ट्र डैश राज का हिस्सा है। 3 नंबर पॉइंट ते हैगा भारत का वित्तकारी पसार, भारत का वित्तकारी पसार डैश तो डैश तक है। खाली स्थान नंबर 4 भारत का सरकारी या संविधानिक नाम डैश है। भारत का सरकारी या संविधानिक नाम डैश है। 5 नंबर ते हैगा खाली थां भारत के राज्यों की गिनती डैश अते केंद्र शासित प्रदेशों की गिनती डैश है। तो असीं इन्हां खाली थावां नूं डिस्कस करते हैं। तो सब तो पहला साडे कोल सीगा खेत्रफल अते आबादी दोहां पक्षों संसार का 5वें नंबर का देश ब्राज़ील है। खेत्रफल अते आबादी दोहां पक्षों संसार का 5वें नंबर का देश जिहड़ा हैगा ब्राज़ील है। सौराष्ट्र जिहड़ा हैगा गुजरात राज का हिस्सा है। भारत विच वित्तकारी पसार 8 डिग्री 4 मिनट उत्तर तो लैके 37 डिग्री 6 मिनट उत्तर तक है। भारत का सरकारी या संविधानिक नाम जिहड़ा हैगा भारत गणराज द रिपब्लिक ऑफ इंडिया है। भारत के राज्यों की गिनती 28 तो केंद्र शासित प्रदेशों की गिनती 8 हो गई है। अगे साडे कोल केंद्र शासित प्रदेश सही मिलान करना है इहदा राजधानियां दे नाल। तो सब तो पहला अंडमान अते निकोबार द्वीप समूह है। नंबर 2 ते हैगा चंडीगढ़, नंबर 3 ते हैगा दादरा ते नगर हवेली, दमन ते दीव, 4 ते दिल्ली NCR, 5 ते लक्षद्वीप, 6 ते पुडुचेरी, 7 ते जम्मू कश्मीर ते 8 ते लद्दाख। तो इधर पासे साडे कोल राजधानी हैगी चंडीगढ़, पांडीचेरी, लेह, श्रीनगर, नवी दिल्ली, श्रीनगर नवी दिल्ली तो बाद दमन दीव ते पोर्ट ब्लेयर जिहड़ा हैगा कवरती हैगी। तो ये साडे कोल मतलब ऑप्शनस हैगियां। तो सही मिलान वास्ते असीं इहदा उत्तर देखांगे। अंडमान ते निकोबार द्वीप समूह का जिहड़ी हैगी राजधानी पोर्ट ब्लेयर है। चंडीगढ़ दी चंडीगढ़ ही है। दादरा ते नगर हवेली ते दमन ते दीव दी दमन है। दिल्ली NCR दी नवी दिल्ली है। लक्षद्वीप दी कवरती है। तो पुडुचेरी दी पांडीचेरी है। जम्मू कश्मीर दी श्रीनगर है। तो लद्दाख जिहड़ा हैगा इहदी लेह है। अगे साडे कोल सार्क देशों के नाम की सूची पूरी करनी है। इस दे विच अफगानिस्तान दिता होया है, नेपाल ते भारत दिता होया है। तो असीं इहनूं कंप्लीट करते हैं। अफगानिस्तान, बंगाल, भूटान, भारत, मालदीव, नेपाल, पाकिस्तान अते श्रीलंका। दोबारा रिपीट करदा अफगानिस्तान, बांग्लादेश, भूटान, भारत, मालदीव, नेपाल, पाकिस्तान ते श्रीलंका। अगे साडे कोल जिहड़ा हैगा खाली थां दित्तियां होईयां ने। इन्हां दे विच तुसीं एक्टिविटी दे विच जिहड़े हैगे अरुणाचल प्रदेश जिवें स्टेट्स जिहड़ी हैगी कंप्लीट कर लैणियां। मध्य प्रदेश दिता है, महाराष्ट्र दिता है। तो ये जिहड़ा हैगा इनू राजधानी का नाम इहदे सामने लिख देना है। तो इस दे विच तुसीं स्क्रीन ते देख सकते हो कि अरुणाचल प्रदेश की ईटानगर, असम की दिसपुर, छत्तीसगढ़ की रायपुर, कर्नाटक की बेंगलुरु, मध्य प्रदेश की नेपाल, महाराष्ट्र की मुंबई, मणिपुर की इंफाल, नागालैंड कोहिमा, सिक्किम की गंगटोक, तमिलनाडु की चेन्नई, पंजाब की चंडीगढ़, उत्तर प्रदेश की लखनऊ। तो असी नैस बेस्ड क्वेश्चनस करांगे। तो ये प्रश्न हैगा कि वो किहड़ा देश है जिस दे उत्तर विच हिमालय है। तो इस देश ये देश दक्षिण एशिया विच स्थित है। ऊड़ा हैगा अमरीका, आड़ा अफ्रीका, ईडी चीन ते सस्सा भारत। ये तुसीं करने हैं प्रश्न। अगला हैगा गगन गुजरात का निवासी है। वो अपने फुफड़ के घर जाने लई जहाज़ विच गया। जहाज़ जमीन तो उपर उठ के 2933 किलोमीटर पूर्व वल जाके उतरिया। दसो गगन का फुफड़ किस राज विच रहिंदा है। ऊड़ा पंजाब, आड़ा केरल, ईडी लद्दाख, सस्सा अरुणाचल प्रदेश। तो ये नैस बेस्ड क्वेश्चन है कि सामने भारत के नक्शे में किस रेखा को दर्शाया गया है। मकर रेखा, भूमध रेखा, कर्क रेखा, इन्हां विचों कोई नहीं। तो असी
ਅੱਗੇ ਦੇਖਾਂਗੇ ਸੁਰਜੀਤ ਦਾ ਮਾਮਾ ਜੀ ਇੰਗਲੈਂਡ ਰਹਿੰਦੇ ਹਨ। ਅੱਜ ਸਵੇਰ 10 ਵਜੇ ਉਹਨਾਂ ਨੇ ਇੰਗਲੈਂਡ ਦੇ ਤੋਂ ਸੁਰਜੀਤ ਨੂੰ ਫ਼ੋਨ ਕੀਤਾ, ਤਾਂ ਉਹ ਸਮਾਂ ਜਿਹੜਾ ਹੈਗਾ ਉਹ ਕਿੰਨਾ ਸਮਾਂ ਹੋਵੇਗਾ। ਇਹਦੇ ਵਿੱਚ ਤੁਹਾਡਾ ਸਮਾਂ ਸਕਰੀਨ 'ਤੇ 4:30 4:30 PM 5:30 PM, ਅਤੇ ਇਹ ਜਿਹੜੇ ਹੈਗੇ ਆਪਸ਼ਨਸ ਹੈਗੀਆਂ। ਤਾਂ ਅਸੀਂ ਅੱਜ ਇਸ ਦੀ ਰਿਵੀਜ਼ਨ ਕੀਤੀ ਹੈ।